ਡਾਕਟਰ ਅਰਵਿੰਦਰ ਧਾਲੀਵਾਲ ਦੀ ਕਹਾਣੀ ਮੈਂ ਛੁੱਟੀ 'ਤੇ ਜਾ ਰਹੀ ਹਾਂ। ਪਿਛਲੀਆਂ 2 ਰਾਤਾਂ ਤੋਂ ਨੀਂਦ ਨਹੀਂ ਆਈ, ਉਸਲ ਵੱਟੇ ਹੀ ਲੈ ਛੱਡੇ। ਇਹ ਸਭ ਕੁਝ ਕਿਵੇਂ ਜਰਿਆ ਜਾ ਸਕਦਾ ਹੈ, ਪਚਾਇਆ ਜਾ ਸਕਦਾ ਹੈ? ਇਹਨਾਂ 60-65 ਘੰਟਿਆਂ ਵਿੱਚ ਅੰਦਰੋਂ ਕਈ ਕੁਝ ਖੁੱਸਦਾ ਜਾਂਦਾ ਰਿਹਾ ਹੈ, ਤੁੰਬਿਆ ਜਾਂਦਾ ਰਿਹਾ ਹੈ। ਆਪਣੇ ਆਪ ਨਾਲ ਦਲੀਲੀ ਪਿਆ ਰਿਆਂ ਕਿ ਜੇਕਰ ਗਲਤੀ ਮੇਰੇ ਕੋਲੋਂ ਹੋਈ ਸੀ ਤਾਂ ਕਿੱਥੇ? ਇੱਕ ਲਿਬਰਲ ਮੋਟੀਵੇਸ਼ਨਲ ਸਪੀਕਰ ਬੰਦਾ, ਸਮਾਜਕ ਮਨੋਵਿਗਿਆਨ ਦਾ ਮਾਹਰ ਜਿਹੜਾ ਚੌਕੁੰਟੀ ਦੁਨੀਆ ਨੂੰ ਸਮਝਾਉਂਦਾ ਫਿਰਦਾ ਹੋਏ, ਘਰ ਪਰਿਵਾਰ ਤੇ ਸਮਾਜ ਨੂੰ ਮਿਲ ਜੁਲ ਕੇ ਰਹਿਣ ਦੇ ਨੁਕਤੇ ਦੱਸਦਾ ਹੋਏ, ਜ਼ਿੰਦਗੀ ਦਾ ਮਾਰਗ ਦਰਸ਼ਨ ਕਰਦਾ ਹੋਏ, ਜਿਸ ਨੂੰ ਦੁਨੀਆ ਜਹਾਨ ਦੇ ਨਿੱਜੀ ਵਪਾਰਕ ਅਦਾਰੇ, ਸਕੂਲ, ਕਾਲਜ, ਯੂਨੀਵਰਸਿਟੀਆਂ, ਸਭਾਵਾਂ ਤੋਂ ਲੈਕਚਰ ਕਰਨ ਦੇ ਸੱਦੇ ਆਉਂਦੇ ਹੋਣ, ਜਿਸ ਦੀਆਂ ਲੈਕਚਰ ਵੀਡੀਓ ਨੂੰ YouTube ਨੇ ਬਣਦਾ ਮਾਨ ਸਤਿਕਾਰ ਦਿੱਤਾ ਹੋਏ, ਜਿਸ ਦੇ ਲੱਖਾਂ ਫਾਲੋਅਰ ਹੋਣ, ਇੱਕ ਝਲਕ ਵੇਖ ਲੈਣ ਤਾਂ ਲੋਕ ਸੈਲਫੀਆਂ ਲੈਣ ਲਈ ਤੜਪਦੇ ਹੋਣ। ਐਸਾ ਆਜ਼ਾਦ ਖਿਆਲ ਸ਼ਖਸ ਕਿ ਐਸੇ ਬੰਦੇ ਦੀ ਘਰਵਾਲੀ ਬਿਨਾਂ ਕੁਝ ਦੱਸੇ ਪੁੱਛੇ ਸਿਰਫ ਡਰੈਸਿੰਗ ਟੇਬਲ ਦੇ ਸ਼ੀਸ਼ੇ 'ਤੇ ਲਿਪਸਟਿਕ ਨਾਲ ਇਹ ਲਿਖ ਕੇ ਚਲੀ ਜਾਏ ਕਿ ਮੈਂ ਛੁੱਟੀ 'ਤੇ ਜਾ ਰਹੀ ਹਾਂ ਰਤੀ। ਐਸੇ ਬੰਦੇ ਲਈ ਇਹ ਅਣਹੋਣੀ ਹੈ, ਜੱਗੋਂ ਤੇਰਵੀਂ। ਇਸ ਲਈ ਨਹੀਂ ਕਿ ਉਹ ਆਪਣੇ ਆਪ ਚਲੀ ਗਈ, ਬਲਕਿ ਇਸ ਲਈ ਕਿ ਉਸਦੀ ਅਜਿਹਾ ਕਰਨ ਦੀ ਹਿੰਮਤ ਕਿਵੇਂ ਹੋਈ? ਮੂਰਖ ਔਰਤ, ਮੇਰਾ ਨਹੀਂ ਤਾਂ ਕਮ ਸੇ ਕਮ ਬੱਚਿਆਂ ਦਾ ਖਿਆਲ ਕਰ ਲੈਂਦੀ। ਇਸ ਤਰ੍ਹਾਂ ਜਾ ਕੇ ਉਸਨੇ ਮੇਰੀ ਗੈਰਤ ਨੂੰ ਲਲਕਾਰਿਆ ਏ। ਇਹ 2 ਰਾਤਾਂ ਤੇ 2 ਦਿਨ ਦਾ ਸਮਾਂ ਕੀੜੀ ਦੀ ਚਾਲ ਰੀਂਗਦਾ ਗੁਜ਼ਰਿਆ। ਕੜੀ ਦੀਆਂ ਸੂਈਆਂ ਨੂੰ ਬਸ ਇੱਕ ਦੂਜੇ ਦਾ ਪਿੱਛਾ ਕਰਨ ਦਾ ਭਰਮ ਹੀ ਰਿਹਾ ਹੋਣਾ। ਕੀ ਨਹੀਂ ਕੀਤਾ ਮੈਂ ਰਤੀ ਲਈ। ਦੁਨੀਆ ਦੀ ਕਿਹੜੀ ਅਲੋਕਾਰ ਸ਼ੈ ਜਿਹੜੀ ਲਿਆ ਕੇ ਨਹੀਂ ਦਿੱਤੀ। ਅੱਧੀ ਜ਼ੁਬਾਨ ਨਾਲ ਜੋ ਮੰਗਿਆ ਹਾਜ਼ਰ ਕਰ ਦਿੱਤਾ। ਵਿੱਤ ਤੇ ਔਕਾਤ ਤੋਂ ਕਿਤੇ ਜ਼ਿਆਦਾ। ਵਧੀਆ ਗੱਡੀ, ਬ੍ਰਾਂਡਡ ਕੱਪੜੇ, ਗਹਿਣੇ, ਸੈਂਟ, ਬੈਗ, ਜੁੱਤੀਆਂ ਤੇ ਹੋਰ ਪਤਾ ਨਹੀਂ ਕੀ ਕੁਝ। ਵਿਆਹ ਤੋਂ ਪਹਿਲਾਂ ਜਦੋਂ ਅਸੀਂ ਮਿਲਦੇ ਸੀ ਤਾਂ ਇਹਨੇ ਵਿਆਹ ਤੋਂ ਬਾਅਦ ਘੁੰਮਣ ਜਾਣ ਦੀ ਇੱਛਾ ਜ਼ਾਹਿਰ ਕੀਤੀ ਸੀ। ਵਿਆਹ ਹੁੰਦਿਆਂ ਸਾਰ ਹੀ ਮੈਂ, ਰਤੀ, ਉਸਦੀ ਮੰਮੀ ਤੇ ਮੇਰੀ ਭੈਣ ਦਾ ਪਰਿਵਾਰ ਸਭ ਮਿਲ ਕੇ ਅਮਰਨਾਥ ਦੀ ਯਾਤਰਾ 'ਤੇ ਗਏ ਸੀ। ਕਿੰਨਾ ਆਨੰਦ ਆਇਆ ਸੀ ਉਦੋਂ, ਪਰ ਉਸ ਤੋਂ ਬਾਅਦ ਉਸਨੇ ਕਦੇ ਕਿਤੇ ਜਾਣ ਦੀ ਇੱਛਾ ਪ੍ਰਗਟ ਨਹੀਂ ਕੀਤੀ। 10 ਕੁ ਸਾਲ ਪਹਿਲਾਂ ਰਤੀ ਨੇ ਲਵ ਬੈਂਡਸ ਦੀ ਅਖਬਾਰ ਵਿੱਚ ਮਸ਼ਹੂਰੀ ਵੇਖ ਕੇ ਮੈਥੋਂ ਸੋਨੇ ਦੇ 2 ਛੱਲੇ ਲਿਆਉਣ ਦੀ ਮੰਗ ਕੀਤੀ ਸੀ। ਮੈਂ ਉਚੇਚੇ ਬ੍ਰਾਂਡ ਦੇ ਪਲੈਟੀਨਮ ਦੇ ਹੀਰੇ ਜੜੇ ਬੈਂਡਸ ਲਿਆਇਆ ਸੀ। ਇੱਕ ਮੈਂ ਆਪਣੀ ਉਂਗਲੀ ਵਿੱਚ ਪਾ ਲਿਆ ਤੇ ਇੱਕ ਉਸ ਨੂੰ ਪਹਿਨਾ ਦਿੱਤਾ। 4 ਕੁ ਦਿਨ ਤਾਂ ਉਸਨੇ ਸ਼ੌਂਕ ਨਾਲ ਪਾਇਆ, ਪਰ ਫਿਰ ਇਹ ਕਹਿ ਕੇ ਕਿ ਘਰ ਦਾ ਕੰਮ ਕਰਦਿਆਂ ਹੀਰਾ ਕਿਤੇ ਡਿੱਗ ਪਏਗਾ, ਉਸਨੇ ਲਾਕਰ ਵਿੱਚ ਸੰਭਾਲ ਦਿੱਤਾ। ਮੁੜ ਉਸਨੇ ਉਹ ਛੱਲਾ ਕਦੀ ਨਾ ਪਾਇਆ ਤੇ ਮੈਂ ਉਹ ਛੱਲਾ ਕਦੀ ਉਤਾਰਿਆ ਹੀ ਨਹੀਂ। ਸਧਾਰਨ ਬੰਦੇ ਦੇ ਨਜ਼ਰੀਏ ਤੋਂ ਵੇਖੀਏ ਤਾਂ ਗੱਲ ਇੰਨੀ ਵੀ ਪਰੇਸ਼ਾਨ ਕਰਨ ਵਾਲੀ ਨਹੀਂ, ਪਰ ਜੇ ਮੈਂ ਕਿਸੇ ਨੂੰ ਦੱਸਾਂ ਕਿ ਮੇਰੀ ਪਤਨੀ ਆਪਣੇ ਆਪ ਕਿਧਰੇ ਛੁੱਟੀ 'ਤੇ ਚਲੀ ਗਈ ਤਾਂ ਅਗਲਾ ਮੇਰੇ ਬਾਰੇ ਕੀ ਸੋਚੇਗਾ ਕਿ ਭਰ ਦੁਨੀਆ ਨੂੰ ਮੁਹੱਬਤ, ਪਿਆਰ, ਇਤਫਾਕ ਦਾ ਪਾਠ ਪੜ੍ਹਾਉਣ ਵਾਲਾ ਬੰਦਾ ਤੇ ਉਸਦੇ ਆਪਣੇ ਘਰ ਹੀ ਭੰਗ ਪੁੱਜਦੀ ਹੈ। ਛੁੱਟੀ 'ਤੇ ਜਾਣ ਵਾਲਾ ਬੰਦਾ ਵਾਪਸ ਵੀ ਤਾਂ ਆਉਂਦਾ ਹੁੰਦਾ। ਮੈਂ ਇਸ ਇਬਾਰਤ ਨੂੰ ਕਿਵੇਂ ਲਵਾਂ? ਆਪਣਾ ਝੱਗਾ ਚੁੱਕਿਆ ਆਪਣਾ ਢਿੱਡ ਹੀ ਨੰਗਾ ਹੋਣਾ, ਬਾਹਰ ਕਿਸੇ ਨੂੰ ਦੱਸਾਂ ਵੀ ਤਾਂ ਕੀ? ਉਸ ਰਾਤ ਜਦੋਂ ਕਿੰਨੇ ਦਿਨਾਂ ਬਾਅਦ ਘਰ ਵਾਪਸ ਆਇਆ ਤਾਂ ਰਤੀ ਨੇ ਹੀ ਦਰਵਾਜ਼ਾ ਖੋਲ੍ਹਿਆ ਸੀ ਤੇ ਅਗਲੇ ਦਿਨ ਸਵੇਰੇ ਸ਼ੀਸ਼ੇ ਉੱਤੇ ਮੈਂ ਛੁੱਟੀ 'ਤੇ ਲਿਖਿਆ ਹੋਇਆ ਪਾਇਆ। ਇੱਕ ਵਾਰ ਤਾਂ ਅਚੰਭਾ ਹੋਇਆ, ਪਹਿਲੀ ਨਜ਼ਰੇ ਸੱਚ ਨਹੀਂ ਸੀ ਆਇਆ। ਜਾਣ ਬੁੱਝ ਕੇ ਅਣਗੌਲਿਆਂ ਕਰ ਛੱਡਿਆ। ਐਵੇਂ ਮਜ਼ਾਕ ਕੀਤਾ ਹੋਣਾ ਰਤੀ ਨੇ। ਜਾਣਾ ਕਿੱਥੇ ਹੈ ਉਸਨੇ? ਇੱਥੇ ਹੀ ਕਿਤੇ ਹੋਣੀ। ਇੰਨੇ ਸਾਲਾਂ ਵਿੱਚ ਤਾਂ ਕਿਤੇ ਇਕੱਲੀ ਗਈ ਨਹੀਂ। ਨਾਲੇ ਉਹਦਾ ਮੋਬਾਈਲ ਫੋਨ ਤਾਂ ਸਾਈਡ ਟੇਬਲ 'ਤੇ ਸੱਜਿਆ ਪਿਆ। ਪਾਸਪੋਰਟ ਚੈੱਕ ਕੀਤਾ ਹੈ ਤਾਂ ਉਹ ਵੀ ਲਾਕਰ ਵਿੱਚ ਉਵੇਂ ਹੀ ਸੰਭਾਲਿਆ ਹੋਇਆ ਹੈ।
ਰਤੀ ਵੱਧ ਤੋਂ ਵੱਧ ਮੰਦਰ ਜਾ ਸਕਦੀ ਹੈ, ਉਹ ਵੀ ਸਾਡੀ ਬਹੁ ਮੰਜ਼ਿਲਾ ਬਿਲਡਿੰਗ ਦੇ ਖੱਬੇ ਹੱਥ ਨਾਲ ਹੀ ਹੈ, ਆਪੇ ਮੁੜ ਆਏਗੀ। ਸੋਚ ਮੈਂ ਗੱਲ ਹਉ ਪਰੇ ਕਰਨ ਦੀ ਕੋਸ਼ਿਸ਼ ਕਰਦਾ। ਉਸ ਦੀ ਲਿਖੀ ਇਬਾਰਤ ਦੀ ਮੋਬਾਈਲ ਵਿੱਚ ਫੋਟੋ ਖਿੱਚ ਲੈਂਦਾ। 365 ਚਲਿੱਤਰ ਨਾਰ ਦੇ ਐਵੇਂ ਪਖੰਡ ਕਰਦੀ ਹੋਣੀ। ਅੱਧਾ ਦਿਨ ਤਾਂ ਇਸੇ ਉਲਝਣ ਵਿੱਚ ਹੀ ਬਿਤਾ ਲਿਆ, ਪਰ ਜਦੋਂ ਰਤੀ ਦੇ ਆਉਣ ਦੀ ਕੋਈ ਕੰਸੋ ਨਾ ਮਿਲੀ ਤਾਂ ਆਪਣੇ ਆਪ ਨੂੰ ਦਿੱਤੀ ਤਸੱਲੀ ਵੀ ਰੇਤ ਦੀ ਕੰਧ ਵਾਂਗ ਕਿਰਨਮ ਕਿਰਨੀ ਹੋਣ ਲੱਗੀ। ਇਸ ਮਹਾਨਗਰ ਦੀ ਭੀੜ ਵਿੱਚ ਜਿੱਥੇ ਬੰਦਾ ਬੰਦੇ ਨੂੰ ਬੰਦਾ ਕਰਕੇ ਵੀ ਨਹੀਂ ਜਾਣਦਾ, ਉੱਥੇ ਰਤੀ ਬਾਰੇ ਕਿਸ ਤੋਂ ਪੁੱਛਗਿੱਛ ਕੀਤੀ ਜਾਏ। ਰਤੀ ਦੇ ਸੁਭਾਅ ਵਿੱਚ ਪਿਛਲੇ 3-4 ਸਾਲਾਂ ਤੋਂ ਆ ਰਹੀ ਤਬਦੀਲੀ ਨੇ ਅੱਡ ਪਰੇਸ਼ਾਨ ਕਰ ਰੱਖਿਆ। ਕਿਤੇ ਮਰਨ ਹੀ ਨਾ ਚਲੀ ਗਈ ਹੋਏ, ਖਿਆਲ ਨੇ ਅੰਦਰਲਾ ਝੰਜੋੜ ਸੁੱਟਿਆ। ਉਸਦਾ ਵਿਗੜਿਆ ਹਾਰਮੋਨਲ ਸੰਤੁਲਨ, ਉਸਦਾ ਆਪੇ ਤੇ ਕੰਟਰੋਲ ਸਭ ਹਿੱਲਿਆ ਪਿਆ। ਬੜਾ ਗਹਿਰਾ ਅਸਰ ਹੋਇਆ ਉਸਦੇ ਸੁਭਾਅ 'ਤੇ। ਜਦੋਂ ਮੈਂ ਆਪਣੇ ਮਿੱਤਰ ਵਿਪਨ ਦੀ ਸਾਈਕੋਲੋਜਿਸਟ ਪਤਨੀ ਸ਼ਿਖਾ ਨਾਲ ਗੱਲ ਕੀਤੀ ਤਾਂ ਉਸਨੇ ਚੇਤਾਵਨੀ ਦਿੱਤੀ ਸੀ, ਸੈਂਸਿਟਿਵ ਔਰਤਾਂ 'ਤੇ ਇਸ ਤਬਦੀਲੀ ਦਾ ਜ਼ਿਆਦਾ ਅਸਰ ਹੁੰਦਾ ਹੈ। ਰਤੀ ਦਾ ਸਰੀਰ ਤੇ ਮਨ ਦੋਵੇਂ ਪ੍ਰਭਾਵਿਤ ਹੋਏ ਨੇ। ਉਸਦੇ ਅਸਹਿਯੋਗ ਬਾਰੇ ਉਹ ਬੋਲੀ ਸੀ, ਅਕਸਰ ਔਰਤਾਂ ਨੂੰ ਇਸ ਪੀਰੀਅਡ ਵਿੱਚ ਇਨਸਿਕਿਉਰਿਟੀ ਹੋਣ ਲੱਗਦੀ ਹੈ। ਇਟ ਮੀਨਸ ਲੈਕ ਆਫ ਲਿਬਿਡੋ। ਤੁਸੀਂ ਉਸਦਾ ਜ਼ਿਆਦਾ ਧਿਆਨ ਰੱਖੋ, ਆਪਣੇ ਕੰਮ ਵਿੱਚ ਜੋੜੋ, ਕੁਝ ਕ੍ਰੀਏਟਿਵ ਕਰਨ ਲਈ ਕਹੋ। ਤੇ ਫਿਰ ਮੈਂ ਸ਼ਿਖਾ ਦੇ ਕਹੇ 'ਤੇ ਰਤੀ ਨੂੰ ਆਪਣੀਆਂ ਵੀਡੀਓਜ਼ ਤੇ ਲੈਕਚਰਾਂ ਨਾਲ ਜੋੜਨ ਦਾ ਯਤਨ ਕਰਦਾ। ਸੰਸਾਰ ਦੀਆਂ ਵਧੀਆ ਤੋਂ ਵਧੀਆ ਕਿਤਾਬਾਂ ਤੇ ਫਿਲਮਾਂ ਲਿਆ ਕੇ ਦਿੰਦਾ। ਮੇਰੀ ਲਿਆਂਦੀ ਹਰ ਸ਼ੈ 'ਤੇ ਉਹ ਕੇਵਲ ਮੁਸਕਰਾ ਛੱਡਦੀ। ਕਦੇ-ਕਦੇ ਉਸਦੀ ਮੁਸਕਰਾਹਟ ਪਿੱਛੇ ਲੁਕੀ ਅਰੁਚੀ ਦੀ ਝਲਕ ਵੀ ਵਿਖਾਈ ਦੇ ਜਾਂਦੀ। ਅਜੀਬ ਹੀ ਹੋ ਗਈ ਸੀ ਉਹ। ਇਹ ਸੰਸਾਰ ਮੈਨੂੰ ਹੋਰ ਵੀ ਪਰੇਸ਼ਾਨ ਕਰ ਰਿਹਾ ਹੈ ਕਿ ਜੇ ਹੁਣੇ ਅੰਬਰ ਜਾਂ ਉਡਾਰੀ ਦਾ ਫੋਨ ਆ ਗਿਆ ਤਾਂ ਮੈਂ ਉਹਨਾਂ ਨੂੰ ਕੀ ਦੱਸਾਂਗਾ ਕਿ ਉਹਨਾਂ ਦੀ ਮਾਂ ਕਿੱਥੇ ਹੈ। ਹੌਸਟਲ ਵਿੱਚ ਰਹਿ ਕੇ ਪੜ੍ਹ ਰਹੀਆਂ ਅੰਬਰ ਤੇ ਉਡਾਰੀ ਦੋਵੇਂ ਬੇਟੀਆਂ ਜਦੋਂ ਛੁੱਟੀਆਂ ਵਿੱਚ ਘਰ ਆਉਂਦੀਆਂ ਤਾਂ ਰਤੀ ਉਹਨਾਂ ਦਾ ਬੜਾ ਚਾਅ ਕਰਦੀ, ਘੁੱਟ-ਘੁੱਟ ਕੇ ਗਲੇ ਨਾਲ ਲਗਾਉਂਦੀ, ਜਿਵੇਂ ਉੱਡੀ ਫਿਰਦੀ। ਪਰ ਕਿਸੇ ਵੀ ਗੱਲੋਂ ਘੜੀ ਪਲ ਵਿੱਚ ਠਾਂ ਤਾਂ ਵੀ ਹੋ ਜਾਂਦੀ, ਰਿੱਝਦੀ ਕ੍ਰਿੱਝਦੀ, ਮਰਨ ਬਣਾਉਣ 'ਤੇ ਉਤਾਰੂ ਹੋ ਜਾਂਦੀ, ਗੱਲ-ਗੱਲ 'ਤੇ ਲੜਨ ਦੇ ਬਹਾਨੇ ਭਾਲਦੀ। ਉਸਦੀ ਬੁੜ-ਬੁੜ, ਚੁੜ-ਚੁੜ, ਕੁੜ-ਕੁੜ ਚਲਦੀ ਰਹਿੰਦੀ। ਉਹ ਨੌਕਰਾਣੀ ਪਾਰਬਤੀ ਨਾਲ ਵੀ ਖਹਿਬੜੀ ਰਹਿੰਦੀ, ਮੁਹੱਲੇ ਦੀ ਕਿਸੇ ਗਵਾਰ ਔਰਤ ਵਾਂਗ ਲੜਦੀ। ਹਾਰ ਕੇ ਮੈਂ ਕੰਨ ਲਵੇਟ ਕੇ ਸੈਰ 'ਤੇ ਚਲਿਆ ਜਾਂਦਾ। ਪਤਾ ਨਹੀਂ ਰਤੀ ਨੂੰ ਸਮਝ ਆਉਣੋਂ ਹਟ ਗਈ ਸੀ ਕਿ ਮੈਨੂੰ ਸਮਝਾਉਣ ਦੀ ਜਾਚ ਭੁੱਲ ਗਈ ਸੀ। ਅਸੀਂ ਗੱਲਾਂ ਕਰਨ ਬੈਠਦੇ ਹਮੇਸ਼ਾ ਲੜ ਕੇ ਹੀ ਉੱਠਦੇ। 10 ਕੁ ਦਿਨ ਪਹਿਲਾਂ ਮੈਥੋਂ ਗੁੱਸੇ ਵਿੱਚ ਕਿਹਾ ਗਿਆ, ਜਾ ਕੰਮ ਕਰ ਜਾ ਆਪਣਾ। ਉਹ ਸੱਚਮੁੱਚ ਹੀ ਕੰਮ ਜਾ ਲੱਗੀ। ਉਸਨੇ ਰਿਐਕਟ ਨਹੀਂ ਸੀ ਕੀਤਾ, ਜਦਕਿ ਪਹਿਲਾਂ ਉਹ ਧਮਕੀ ਦਿੰਦੀ ਹੁੰਦੀ ਸੀ ਕਿ ਚਲੀ ਜਾਊਂਗੀ, ਇੱਕ ਦਿਨ ਤੁਹਾਡੀ ਇਹ ਸ਼ਰਧਾ ਵੀ ਪੂਰੀ ਕਰ ਜਾਊਂਗੀ। ਜਦੋਂ ਕਦੇ ਮੇਰੇ ਕੋਲ ਮੈਰਿਜ ਕਾਉਂਸਲਿੰਗ ਦਾ ਕੇਸ ਆਵੇ ਤਾਂ ਮੈਂ ਆਪਣੇ ਗਿਆਨ ਮੁਜਬ ਹਮੇਸ਼ਾ ਪਰਿਵਾਰ ਦੇ ਹੱਕ ਵਿੱਚ ਪੁੱਗਦਾ ਹੁੰਦਾ ਤਾਂ ਕਿ ਮੈਰਿਜ ਬਚੀ ਰਹਿ ਜਾਵੇ। ਵਰਨਾ ਸਾਡੇ ਸਿਸਟਮ ਵਿੱਚ ਹਰੇਕ ਪਤੀ ਦੇ ਮਨ ਵਿੱਚ ਇਹ ਗੱਲ ਪੱਕੀ ਬੈਠੀ ਹੁੰਦੀ ਹੈ ਕਿ ਜਦੋਂ ਵੀ ਪਤਨੀ ਨਾਲ ਤਰਕ ਵਿਤਰਕ ਹੋਣ ਲੱਗੇ ਤਾਂ ਪਤਨੀ ਦੀ ਗੱਲ ਨੂੰ ਸਿਰੇ ਤੋਂ ਹੀ ਖਾਰਜ ਕਰ ਦਿਓ। ਹੌਲੀ-ਹੌਲੀ ਉਸਦਾ ਕੌਨਫੀਡੈਂਸ ਘਟਦਾ ਜਾਏਗਾ ਤੇ ਉਹ ਆਪੇ ਹੀ ਸੀਮਤ ਹੁੰਦੀ ਜਾਏਗੀ। ਪਰ ਰਤੀ ਨਾਲ ਮੈਂ ਕਦੇ ਇਸ ਇਰਾਦੇ ਨਾਲ ਨਹੀਂ ਨਿਭਿਆ। ਕੀ ਰਤੀ ਦਾ ਕੌਨਫੀਡੈਂਸ ਖਤਮ ਹੋ ਗਿਆ ਸੀ ਜਾਂ ਮੇਰੇ ਵਿੱਚ ਦਿਲਚਸਪੀ? ਕਿ ਰਤੀ ਸੱਚ ਹੀ ਕਿਤੇ ਚਲੀ ਗਈ ਸੀ? ਰਤਨਿਕਾ, ਮੇਰਾ ਪਹਿਲਾ ਪਿਆਰ, ਸਮਰਪਿਤ ਪਤਨੀ ਤੇ ਮਾਂ, ਰੱਜ ਕੇ ਸੁਚੱਜੀ, ਹਮੇਸ਼ਾ ਸਲਾਹ ਨਾਲ ਘਰ ਚਲਾਉਣ ਵਾਲੀ, ਜ਼ਰਾ ਵੀ ਲੁਸ਼-ਲੁਸ਼ ਨਹੀਂ, ਆਪ ਹੁਦਰਾਪਨ ਨਹੀਂ। ਰਤੀ, ਜਿਸਨੇ ਕਦੇ ਸਵੇਰ ਦੀ ਚਾਹ ਵੀ ਇਕੱਲਿਆਂ ਨਹੀਂ ਪੀਤੀ। ਜੇ ਮੈਂ ਘਰ ਵਿੱਚ ਨਹੀਂ ਹੁੰਦਾ ਉਹ ਚਾਹ ਬਣਾਉਂਦੀ ਹੀ ਨਾ। ਉਸਦੀ ਜਾਨ ਵਸਦੀ ਹੈ ਮੇਰੇ ਵਿੱਚ, ਅੰਬਰ ਉਡਾਰੀ ਵਿੱਚ। ਰਤੀ, ਜਿਹੜੀ ਸਬਜ਼ੀ ਰਾਸ਼ਨ ਤੱਕ ਲਿਆਉਣ ਲਈ ਮੇਰੇ ਜਾਂ ਪਾਰਬਤੀ 'ਤੇ ਨਿਰਭਰ ਕਰਦੀ ਹੈ, ਉਹ ਅਚਾਨਕ ਇਸ ਤਰ੍ਹਾਂ ਦਾ ਕਦਮ ਚੁੱਕ ਲਏ। ਸਾਹਮਣੇ ਦੀਵਾਰ 'ਤੇ ਸਾਡੇ ਵਿਆਹ ਦਾ ਪੋਸਟਰ ਲੱਗਿਆ ਹੋਇਆ ਹੈ।
ਉਸਨੂੰ ਰੀਝ ਨਾਲ ਵੇਖਦਾ। ਕਿੰਨੀ ਮੁਹੱਬਤੀ ਸੀ ਰਤੀ। ਜਦੋਂ ਗੱਲ ਨਾ ਲੱਗਦੀ ਜੀ ਕਰਦਾ ਉਸਨੂੰ ਰੂਹ ਵਿੱਚ ਸਮੋ ਲਵਾਂ। ਬੜਾ ਪਿਆਰ ਜਤਾਉਂਦੀ, ਗੱਲ ਗੱਲ ਤੇ ਆਈ ਲਵ ਯੂ ਆਖਦੀ। ਮੈਂ ਉਸਨੂੰ ਫਿਲਮੀ ਜਿਹੀ ਆਖ ਛੱਡਦਾ। ਯਾਦ ਨਹੀਂ ਕਦੋਂ ਉਹ ਇਹ ਕਹਿਣੋਂ ਵੀ ਹਟ ਗਈ ਸੀ। ਰਤੀ ਦੀ ਮਾਂ ਦਾ ਪਿਛਲੇ ਸਾਲ ਸਵਰਗਵਾਸ ਹੋ ਗਿਆ ਸੀ। ਹੋਰ ਉਸਦਾ ਕੋਈ ਸਕਾ ਰਿਸ਼ਤੇਦਾਰ ਹੈ ਹੀ ਨਹੀਂ। ਮੇਰਾ ਉਂਝ ਆਪਣੀ ਇੱਕੋ ਇੱਕ ਵੱਡੀ ਭੈਣ ਭਣਵਈਏ ਨਾਲ ਤਕਰਾਰ ਹੋਣ ਕਰਕੇ ਕਈ ਸਾਲਾਂ ਤੋਂ ਬੋਲਚਾਲ ਬੰਦ ਏ। ਰਤੀ ਦੀ ਸਹੇਲੀ ਵੀ ਕੋਈ ਹੈ ਨਹੀਂ। ਹਾਈ ਸੁਸਾਇਟੀ ਵਿੱਚ ਕਿਸੇ ਕਿਸਮ ਦਾ ਕੌਲੀ ਕਲਚਰ ਹੁੰਦਾ ਹੀ ਨਹੀਂ। ਫੋਨ ਵੀ ਉਸਨੇ ਕੇਵਲ ਮੈਨੂੰ ਤੇ ਬੱਚਿਆਂ ਨੂੰ ਹੀ ਕਰਨਾ ਹੁੰਦਾ ਹੈ। ਉਂਝ ਵੀ ਮੈਂ ਆਪਣੇ ਘਰ ਵਿੱਚ ਲੰਮੀਆਂ ਲੰਮੀਆਂ ਕਾਲਾਂ ਵਾਲੇ ਫੋਨ ਕਰਨ ਉੱਤੇ ਸਖਤ ਅਨੁਸ਼ਾਸਨ ਰੱਖਿਆ ਹੋਇਆ ਹੈ। ਕੋਈ ਸੁਰਾਗ ਲੱਭਣ ਲਈ ਰਤੀ ਦੀ ਅਲਮਾਰੀ ਖੋਲ੍ਹਦਾ। ਅੱਗੇ ਟੰਗੇ ਬੇਸ਼ੁਮਾਰ ਵੰਨ ਸੁਵੰਨੇ ਕੱਪੜੇ ਵੇਖ ਕੇ ਮੈਨੂੰ ਆਪਣੇ ਆਪ ਤੇ ਮਾਣ ਹੋ ਆਇਆ ਹੈ। ਕਿੰਨਾ ਖਿਆਲ ਰੱਖਦਾ ਮੈਂ ਰਤੀ ਦਾ ਤੇ ਪਰਿਵਾਰ ਦਾ। ਕਿੰਨੀ ਮੁਸ਼ਕਿਲ ਨਾਲ ਐਡਜਸਟ ਕੀਤਾ ਸੀ ਮੈਂ ਛੋਟੇ ਸ਼ਹਿਰ ਦੀ ਜੰਮਪਲ ਇਸ ਰਤੀ ਨਾਲ। ਰਤੀ ਵੀ ਛੇਤੀ ਹੀ ਸਭ ਸਮਝ ਗਈ ਸੀ। ਮੈਨੂੰ ਕਾਫੀ ਟੂਰ ਤੇ ਜਾਣਾ ਪੈਂਦਾ। ਕਿਤੇ ਗਿਆ ਵੀ ਮੈਂ ਖਾਲੀ ਹੱਥ ਕਦੇ ਨਹੀਂ ਸੀ ਮੁੜਿਆ। ਰਤੀ ਤੇ ਬੱਚਿਆਂ ਲਈ ਤੋਹਫਿਆਂ ਨਾਲ ਲੱਦਿਆ ਹੀ ਆਉਂਦਾ। ਦੂਰ ਗਿਆ ਵੀ ਮੇਰੀ ਤੰਦ ਘਰ ਨਾਲ ਜੁੜੀ ਰਹਿੰਦੀ ਹੈ। ਆਧੁਨਿਕ ਯੁੱਗ ਦੀ ਟੈਕਨੋਲੋਜੀ, ਇਹ ਕੰਧਾਂ ਤੇ ਟੰਗੇ ਕੈਮਰੇ ਮੈਨੂੰ ਘਰ ਦੀ ਪਲ ਪਲ ਦੀ ਖਬਰ ਨਾਲ ਜੋੜੀ ਰੱਖਦੇ ਹੈ। ਮੈਂ ਕੈਮਰੇ ਰਿਵਰਸ ਕਰਕੇ ਤੜਕਸਾਰ ਘਰ ਵਿੱਚ ਵਾਪਰੇ ਨੂੰ ਹੌਲੀ ਹੌਲੀ ਕਰਕੇ ਵੇਖਦਾ। ਰਤੀ ਤਿਆਰ ਹੋ ਕੇ ਇੱਕ ਛੋਟਾ ਜਿਹਾ ਟਰੈਵਲ ਬੈਗ ਲੈ ਕੇ ਬਾਹਰ ਲਿਫਟ ਤੱਕ ਗਈ। ਉਸਨੂੰ ਕੋਈ ਅੱਗੋਂ ਲੈਣ ਨਹੀਂ ਆਇਆ। ਰਤੀ ਦੀ 22 ਸਾਲਾਂ ਦੀ ਵਫਾਦਾਰੀ ਤੇ ਦਿਆਨਤਦਾਰੀ ਮੈਨੂੰ ਉਸ 'ਤੇ ਸ਼ੱਕ ਕਰਨ ਦੀ ਕੋਈ ਵਜ੍ਹਾ ਨਹੀਂ ਦੇ ਰਹੀ। ਉਸਨੇ ਕਦੇ ਘਰ ਸੰਭਾਲਣ ਤੇ ਬੱਚਿਆਂ ਦੇ ਪਾਲਣ ਪੋਸ਼ਣ ਵਿੱਚ ਮੈਨੂੰ ਸ਼ਿਕਾਇਤ ਦਾ ਕੋਈ ਮੌਕਾ ਨਹੀਂ ਦਿੱਤਾ। ਬਸ ਕਦੇ-ਕਦੇ ਜਦੋਂ ਮੈਂ ਦਿਨਾਂ ਬਾਅਦ ਘਰ ਵਾਪਸ ਮੁੜਦਾ ਤਾਂ ਮੇਰੇ ਕੰਨ ਵਿੱਚ ਚੰਦਰੇ ਨੋਟਾਂ ਨੇ ਮੇਰਾ ਚੰਨ ਪਰਦੇਸੀ ਕੀਤਾ ਗੁਣਗੁਣਾਉਂਦੀ ਹੋਈ ਲਾਗਿਓ ਲੰਘ ਜਾਂਦੀ ਹੁੰਦੀ। ਹੁਣ ਤਾਂ ਕਈ ਚਿਰਾਂ ਤੋਂ ਮੈਂ ਉਸਦੇ ਮੂੰਹੋਂ ਇਹ ਵੀ ਨਹੀਂ ਸੀ ਸੁਣਿਆ। ਪਾਰਬਤੀ ਘਰ ਦਾ ਸਾਰਾ ਕੰਮ ਮੁਕਾ ਕੇ ਰੋਟੀ ਪਾਣੀ ਕਰਕੇ ਚਲੀ ਗਈ। ਰਤੀ ਦਾ ਅਜੇ ਤੱਕ ਕੋਈ ਅਤਾ ਪਤਾ ਨਹੀਂ। ਉਸਦਾ ਮੋਬਾਈਲ ਚੈੱਕ ਕਰਦਾ, ਕੋਈ ਨਵੀਂ ਸਰਚ ਨਹੀਂ, ਕਿਸੇ ਕਿਸਮ ਦਾ ਕੋਈ ਚੈਟ ਨਹੀਂ। ਮੇਰੇ ਤੇ ਅੰਬਰ ਹੋਰਾਂ ਦੇ ਨਾਲ ਹੀ ਪਰਸੋਂ ਦੀ ਗੱਲ ਕੀਤੀ ਹੋਈ ਹੈ। ਮੈਂ ਬੇਟੀਆਂ ਨੂੰ ਰਤੀ ਬਾਰੇ ਦੱਸਣਾ ਚਾਹੁੰਦਾ ਪਰ ਉਹਨਾਂ ਦੇ ਇਮਤਿਹਾਨ ਚੱਲ ਰਹੇ ਨੇ। ਖਾਂ ਪਰੇਸ਼ਾਨ ਹੋਣਗੀਆਂ ਸੋਚ ਕੇ ਇਹ ਵਿਚਾਰ ਤਿਆਗ ਦਿੰਦਾ। ਮੈਂ ਵਿਪਨ ਨੂੰ ਘਰ ਸੱਦਿਆ, ਉਸਨੂੰ ਰਤੀ ਦਾ ਕਾਰਨਾਮਾ ਵਿਖਾਇਆ ਤਾਂ ਉਹ ਸਟ੍ਰੇਂਜ ਕਹਿ ਕੇ ਆਪਣੀ ਥਾਂ ਤੋਂ ਉੱਠ ਖਲੋਤਾ। ਉਸਨੇ ਸਾਰੀ ਦਿਹਾੜੀ ਗਵਾਉਣ ਤੇ ਮੈਨੂੰ ਕੋਸਿਆ ਵੀ, ਗਾਲਾਂ ਵੀ ਕੱਢੀਆਂ। ਉਸਦੀ ਸਲਾਹ ਤੇ ਅਸੀਂ ਰੇਲਵੇ ਤੇ ਡੋਮੈਸਟਿਕ ਏਅਰਲਾਈਨਸ ਦੀਆਂ ਬੁਕਿੰਗ ਵੀ ਚੈੱਕ ਕੀਤੀਆਂ। ਕੋਈ ਉਗ ਸੁਗ ਨਹੀਂ ਮਿਲੀ। ਵਿਪਨ ਨੇ ਦਿਨੇ ਰਤੀ ਦੀ ਖੋਜ ਕਰਨ ਦੀ ਯੋਜਨਾ ਬਣਾਈ, ਜਿਸ ਤੇ ਅਮਲ ਕਰਦਿਆਂ ਅਗਲੇ ਦਿਨ ਹਰ ਉਸ ਥਾਂ ਜਿੱਥੇ ਰਤੀ ਜਾ ਸਕਦੀ ਸੀ ਅਸੀਂ ਆਪ ਜਾ ਕੇ ਪਤਾ ਕੀਤਾ। ਪੂਰਾ ਦਿਨ ਕਸ਼ਮਕਸ਼ ਵਿੱਚ ਬੀਤਿਆ। ਦਿਲ ਕਾਲਾ ਪਈ ਜਾਂਦਾ। ਉਡੀਕ ਕਿੰਨੀ ਮਨਹੂਸ ਹੁੰਦੀ ਹੈ, ਅੱਜ ਇਸ ਦਾ ਤਜਰਬਾ ਹੋਇਆ ਸੀ। ਸ਼ਾਮ ਹੁੰਦੇ ਹੁੰਦੇ ਅਸੀਂ ਖਾਲੀ ਹੱਥ ਘਰ ਮੁੜ ਆਏ। ਸਾਰੀ ਰਾਤ ਉਸੇ ਚੱਕਰਵਿਊ ਵਿੱਚ ਭੌਂਦਾ ਰਿਹਾ ਜਿਸ ਵਿੱਚ ਰਤੀ ਮੈਨੂੰ ਫਸਾ ਗਈ ਸੀ। ਤੜਕੇ ਕਿਧਰੇ ਅੱਖ ਲੱਗੀ ਤੇ ਫਿਰ ਸਵੇਰੇ ਜਾਗ ਖੁੱਲ੍ਹਦਿਆਂ ਘਰ ਵਿੱਚ ਹੋ ਰਿਹਾ ਖੜਾਕ ਰਤੀ ਦੇ ਘਰ ਵਾਪਸ ਆਉਣ ਦਾ ਐਲਾਨਨਾਮਾ ਸੀ। ਉਸਨੇ ਆਪਣੀ ਨਿੱਜੀ ਚਾਬੀ ਨਾਲ ਬੂਹਾ ਖੋਲ੍ਹਿਆ ਹੋਣਾ। ਉਸਦੇ ਘਰ ਅੰਦਰ ਪੈਰ ਪਾਉਂਦਿਆਂ ਇਹ ਕੱਲ ਤੇ ਬੋਝਲਤਾ ਨੂੰ ਜਿਵੇਂ ਕਿਸੇ ਨੇ ਹੂੰਝ ਕੇ ਬਾਹਰ ਸੁੱਟ ਦਿੱਤਾ। ਮੈਂ ਬਿਸਤਰੇ 'ਚ ਉੱਠ ਬੈਠਾ ਮੂਕ ਦਰਸ਼ਕ ਵਾਂਗ ਖੁੱਲ੍ਹੇ ਮੂੰਹ ਨਾਲ ਰਤੀ ਦੇ ਹੋਣ ਦੀ ਤਸਦੀਕ ਕਰ ਰਿਹਾ। ਰਤੀ ਅੰਦਰ ਆਈ ਹੈ। ਉਸਦਾ ਉਦਾਸ ਰਹਿੰਦਾ ਚਿਹਰਾ ਤਾਜ਼ਾ ਦਮ ਹੈ, ਤਰੇਲ ਧੋਤੇ ਫੁੱਲਾਂ ਵਰਗਾ। ਬਾਹਰ ਚੜ੍ਹ ਰਹੇ ਸੂਰਜ ਦੀਆਂ ਕਿਰਨਾਂ ਜਿਵੇਂ ਆਦਮ ਕਦ ਇਮਾਰਤਾਂ ਦੇ ਸਿਖਰਾਂ ਨਾਲ ਖਹਿ ਕੇ ਖਿੜਕੀ 'ਚੋਂ ਮੇਰੇ ਅੰਦਰ ਉਤਰ ਆਏ ਹਨੇਰਿਆਂ ਨੂੰ ਖੋਰ ਦੇਣਾ ਚਾਹੁੰਦੀਆਂ ਹੋਣ। ਓਹੋ, ਕਿੰਨਾ ਬੇਵਕੂਫ ਹਾਂ। ਪਿਛਲੇ 60-65 ਘੰਟਿਆਂ ਵਿੱਚ ਪਤਾ ਨਹੀਂ ਕਿੰਨੀ ਵਾਰ ਮਰਿਆ ਤੇ ਜੀਵਿਆ ਹਾਂ ਤੇ ਹੁਣ ਗੁੱਸੇ ਹੋਣ ਦੀ ਬਜਾਏ ਸ਼ਾਇਰਾਨਾ ਹੋ ਰਿਹਾ। ਕੋਈ ਸਧਾਰਨ ਸਿਆਣਪ ਵਾਲਾ ਬੰਦਾ ਵੀ ਜਿਸ ਦੀ ਜ਼ਨਾਨੀ
ਇੰਜ 2 ਰਾਤਾਂ ਘਰੋਂ ਬਾਹਰ ਗੁਜ਼ਾਰ ਕੇ ਆਈ ਹੋਵੇ, ਉਹ ਉਸਨੂੰ ਕਦੇ ਘਰ ਪੈਰ ਨਾ ਪਾਉਣ ਦੇਵੇ, ਉਹਦੇ ਗਿੱਟੇ ਭੰਨ ਦੇਵੇ ਕਿ ਮੇਰੇ ਵਿੱਚ ਉਨੀ ਵੀ ਅਣਖ ਨਹੀਂ। ਕੱਲ ਰਾਤ ਵਾਲੀ ਬੇਚੈਨੀ ਜਾਗਰਿਤ ਹੋ ਉੱਠੀ ਹੈ। ਰਤੀ ਨੂੰ ਹਲਕੇ ਮੂਡ ਵਿੱਚ ਤੁਰੀ ਫਿਰਦੀ ਵੇਖ ਮੇਰਾ ਪਾਰਾ ਚੜ੍ਹ ਰਿਹਾ ਹੈ। ਜੀ ਤਾਂ ਕਰਦਾ ਹੁਣੇ ਫੱਟ ਪਵਾਂ, ਸਭ ਕੁਝ ਤਹਿਸ ਨਹਿਸ ਕਰ ਦਿਆਂ, ਪਰ ਮੇਰੀ ਪੜ੍ਹਾਈ ਲਿਖਾਈ, ਮੇਰਾ ਸੋਸ਼ਲ ਸਟੇਟਸ ਮੈਨੂੰ ਇੰਜ ਕਰਨ ਤੋਂ ਰੋਕ ਰਹੇ ਨੇ। ਨਾਲੇ ਮੇਰਾ ਪੜ੍ਹਿਆ ਸਮਾਜਵਾਦ, ਬਰਾਬਰੀ ਦੇ ਅਧਿਕਾਰ। ਰਤੀ ਨਹਾ ਕੇ ਬਾਥਰੂਮ 'ਚੋਂ ਬਾਹਰ ਆ ਗਈ ਹੈ। ਮੈਂ ਉਸ ਤੋਂ ਪਿਛਲੇ 2 ਦਿਨਾਂ ਦਾ ਹਿਸਾਬ ਪੁੱਛਣਾ ਚਾਹੁੰਦਾ। ਕਿਉਂ, ਕਿਵੇਂ, ਕਿੱਥੇ, ਕਿਸ ਨਾਲ? ਇਹਨਾਂ ਸਵਾਲਾਂ ਨੇ ਮੇਰੇ ਅੰਦਰ ਤੂਫਾਨ ਮਚਾਇਆ ਪਿਆ। ਰਤੀ ਦੇ ਹੱਥ ਵਿੱਚ ਅੱਜ ਫਿਰ ਹੀਰੇ ਦੀ ਕਣੀ ਵਾਲਾ ਛੱਲਾ ਹੈ। ਉਹੀ ਚਮਕ ਉਹਦੇ ਚਿਹਰੇ 'ਤੇ ਲਿਸ਼ਕਦੀ ਹੈ, ਜਿਵੇਂ ਮੈਨੂੰ ਚੈਲੰਜ ਕਰ ਰਹੀ ਹੋਏ। ਵਿਪਨ ਠੀਕ ਕਹਿੰਦਾ ਸੀ ਕਿ ਜੇ ਰਤੀ ਵਾਪਸ ਆ ਜਾਏ ਤਾਂ ਤੂੰ ਆਪ ਕੁਝ ਨਾ ਕਹੀਂ, ਇਸਦੇ ਤੇ ਆਪਣੇ ਦੂਰ ਨੇੜੇ ਦੇ ਰਿਸ਼ਤੇਦਾਰ ਇਕੱਠੇ ਕਰੀਂ, ਪਰਿਆਂ ਬਿਠਾਈ ਤੇ ਫਿਰ ਪੁੱਛੀ, ਫਿਰ ਸਵਾਲ ਕਰੀਂ ਕਿ ਜਨਾਨੀ ਜਾਤ ਦੀ ਇੰਨੀ ਮਜਾਲ। ਅਚਾਨਕ ਮੇਰੇ ਕੰਨਾਂ ਵਿੱਚ ਜਿਵੇਂ ਤਲਾਕ ਤਲਾਕ ਗੂੰਜਣ ਲੱਗਿਆ। ਮੈਂ ਛੁੱਟੀ 'ਤੇ ਲਿਖ ਕੇ ਜਾਣਾ ਇਸ ਲਈ ਕਿੰਨਾ ਸੌਖਾ ਸੀ, ਪਰ ਰਤੀ ਤੈਨੂੰ ਇਹਦਾ ਜਵਾਬ ਦੇਣਾ ਹੀ ਪਏਗਾ। ਭਾਵੇਂ ਤੇਰੇ ਪੱਲੇ ਸੱਚ ਹੀ ਕਿਉਂ ਨਾ ਹੋਵੇ, ਤੇਰੇ ਦਾਮਨ 'ਤੇ ਕੋਈ ਦਾਗ ਨਾ ਵੀ ਹੋਵੇ, ਤਾਂ ਵੀ ਬਿਨਾਂ ਪਤੀ ਤੋਂ ਪੁੱਛੇ ਦੱਸੇ ਤੂੰ 2 ਦਿਨ 2 ਰਾਤਾਂ ਕਿੱਥੇ ਰਹੀ ਸੀ। ਮੈਂ ਜੇਕਰ ਘਰੋਂ ਬਾਹਰ ਰਹਿੰਦਾ ਤਾਂ ਉਹ ਮੇਰੇ ਪ੍ਰੋਫੈਸ਼ਨਲ ਟ੍ਰਿਪ ਹੁੰਦੇ ਨੇ, ਮੈਂ ਉੱਥੇ ਘੁੰਮਣ ਤਾਂ ਜਾਂਦਾ ਨਹੀਂ। ਨਾਲੇ ਮੇਰੀ ਗੱਲ ਹੋਰ ਹੈ, ਮੈਂ ਤਾਂ ਬੰਦਾ ਹਾਂ। ਰਤੀ ਆਪਣੇ ਲਈ ਚਾਹ ਦਾ ਕੱਪ ਬਣਾ ਲਿਆ ਹੀ ਹੈ। ਮੈਂ ਡੋਰ ਭੋਰ ਉਸਦੇ ਬਦਲਦੇ ਤੌਰ ਵੇਖ ਰਿਹਾ। ਉਸਨੇ ਮੰਜੇ ਦੀ ਢੋ ਨਾਲ ਪਿੱਠ ਲਗਾਈ ਤੇ ਚਾਹ ਦੀਆਂ ਚੁਸਕੀਆਂ ਭਰਨ ਲੱਗੀ ਹੈ। ਹਾਂਜੀ, ਕਿੱਧਰੋਂ ਆਈਆਂ ਸੰਗਤਾਂ? ਮੈਂ ਸਵਾਲ ਵਰਗਾ ਹਾਲ ਪੁੱਛਦਾ, ਬਿਲਕੁਲ ਪ੍ਰੋਫੈਸ਼ਨਲ ਤਰੀਕੇ ਨਾਲ, ਜਿਵੇਂ ਕਿਸੇ ਕਲਾਇੰਟ ਤੋਂ ਪੁੱਛਦਾ ਹੁੰਦਾ, ਅੱਤ ਦੀ ਹਲੀਮੀ ਨਾਲ। ਰਤੀ ਨੇ ਚਾਹ ਪਾਸੇ ਰੱਖ ਕੇ ਟੇਬਲ 'ਤੇ ਪਿਆ ਮੇਰਾ ਬਰੀਫ ਕੇਸ ਖੋਲ੍ਹਿਆ ਤੇ ਵਿੱਚੋਂ ਮੇਰਾ ਪਾਸਪੋਰਟ ਕੱਢ ਕੇ ਮੇਰੇ ਹੱਥ ਫੜਾਇਆ। ਉਸਨੇ ਮੇਰੇ ਪਿਛਲੇ ਸਿੰਗਾਪੁਰ ਟੂਰ ਤੇ ਉਸ ਤੋਂ ਪਹਿਲਾਂ ਦੇ ਵੀ 2-3 ਸਫ਼ੇ ਪਲਟੇ ਨੇ। ਇਹਨਾਂ ਸਫ਼ਿਆਂ ਉੱਤੇ ਸਿੰਗਾਪੁਰ ਦੇ ਨਾਲ-ਨਾਲ ਬੈਂਕਾਕ ਦੇ ਵੀ ਸਟੈਂਪ ਨੇ। ਮੁੰਡਾ ਗੋਰੀਆਂ ਰੰਨਾਂ ਦਾ ਸ਼ੌਂਕੀ। ਰਤੀ ਦੇ ਗੁਣਗੁਣਾਉਣ ਵਿੱਚ ਉਲਟਾ ਮੇਰੇ ਲਈ ਸਵਾਲ ਨੇ। ਪਰ ਮੇਰੇ ਸਵਾਲ, ਉਹਨਾਂ ਦਾ ਕੀ? ਰਤੀ ਸਹਿਜ ਨਜ਼ਰ ਆਉਂਦੀ ਹੈ ਤੇ ਮੇਰੇ ਅੰਦਰ ਹੋਰ ਤਰਥੱਲੀ ਮਚ ਗਈ ਹੈ। ਇਹ ਸੱਚ ਹੈ ਕਿ ਕਈ ਵਾਰ ਰਤੀ ਨੂੰ ਦੱਸੇ ਬਿਨਾਂ ਮੈਂ ਸਿੰਗਾਪੁਰ ਤੋਂ ਬੈਂਕਾਕ ਵੀ ਚਲਿਆ ਜਾਂਦਾ ਰਿਹਾ। ਉਹ ਤਾਂ ਐਵੇਂ ਹੀ ਸ਼ੁਗਲ ਮੇਲੇ ਲਈ, ਤਾਂ ਕਿ ਰਤੀ ਨੇ ਮੇਰੀ ਰੀਸ ਕਰਨੀ ਚਾਹੀ ਸੀ। ਮੈਨੂੰ ਲੱਗਦਾ ਗੁੱਸੇ ਨਾਲ ਮੇਰੇ ਦਿਮਾਗ ਦੀਆਂ ਨਸਾਂ ਫਟ ਜਾਣਗੀਆਂ। ਰਤੀ ਚਾਹ ਦਾ ਖਾਲੀ ਕੱਪ ਰੱਖਣ ਰਸੋਈ ਵੱਲ ਚਲੀ ਗਈ ਹੈ। ਉਹਦਾ ਫੋਨ ਵਾਈਬ੍ਰੇਟ ਹੋ ਰਿਹਾ ਹੈ। ਮੈਂ ਸੁਣਨਾ ਚਾਹੁੰਦਾ ਹਾਂ ਕਿ ਕਿਸ ਨੂੰ ਰਤੀ ਦੇ ਘਰ ਵਾਪਸ ਪਹੁੰਚ ਜਾਣ ਦਾ ਪਤਾ ਹੈ। ਅੱਗਿਓਂ ਮੇਰੀ ਚਿਰਾਂ ਤੋਂ ਵਿਛੋੜੀ ਭੈਣ ਰੇਖਾ ਦੀ ਬਿਨਾਂ ਹੁੰਗਾਰਾ ਉਡੀਕੇ ਆਵਾਜ਼ ਉੱਭਰਦੀ ਹੈ, ਭਾਬੀ ਮੈਂ ਸਾਰੀਆਂ ਫੋਟੋ WhatsApp ਕਰ ਦਿੱਤੀਆਂ ਨੇ। ਬੜਾ ਮਜ਼ਾ ਆਇਆ ਤੁਹਾਡੇ ਨਾਲ। ਥੈਂਕ ਯੂ ਫॉर ਦਿਸ ਵੰਡਰਫੁਲ ਚੇਂਜ। ਆਉਂਦੀ ਸਰਦੀ ਦੀਆਂ ਛੁੱਟੀਆਂ ਵਿੱਚ ਆਪਾਂ ਫਿਰ ਪਲਾਨ ਕਰਾਂਗੀਆਂ। ਲਵ ਯੂ। ਤੋਂ ਅੱਗੇ ਕੱਟੀ ਕਾਲ ਦੀ ਹੋਂਗੀ ਰਹਿ ਗਈ ਹੈ ਤੇ ਫਿਰ ਬਹੁਤ ਸਾਰੀਆਂ ਫੋਟੋ ਧੜਾ ਧੜ ਅਪਲੋਡ ਹੋ ਰਹੀਆਂ ਨੇ। ਮੈਂ ਕੋਈ ਵੀ ਡਾਊਨਲੋਡ ਨਹੀਂ ਕਰਦਾ, ਕਿਤੇ ਰਤੀ ਇਹ ਨਾ ਸੋਚ ਲਏ ਕਿ ਮੈਂ ਉਸ 'ਤੇ ਵਿਸ਼ਵਾਸ ਨਹੀਂ। ਉਂਝ ਸਾਹ ਹੁਣ ਕੁਝ ਸੁਖਾਲਾ ਆਉਣ ਲੱਗਿਆ। ਦੱਸ, ਇਸ ਆਪ ਹੁਦਰੇਪਨ ਦੀ ਰਤੀ ਨੂੰ ਭਲਾ ਕੀ ਲੋੜ ਸੀ? ਸ਼ੁਕਰ ਹੈ ਰਤੀ ਦੇ ਪਿਛਲੇ 2 ਦਿਨ ਤੇ 2 ਰਾਤਾਂ ਦਾ ਹਿਸਾਬ ਜੇ ਮੇਰੇ ਕੋਲ ਨਹੀਂ ਤਾਂ ਘੱਟੋ ਘੱਟ ਮੇਰੀ ਆਪਣੀ ਭੈਣ ਕੋਲ ਤਾਂ ਹੈ। ਸ਼ੁਦੈਣ, ਜੇ ਮੈਨੂੰ ਪੁੱਛ ਕੇ ਵੀ ਚਲੀ ਜਾਂਦੀ ਤਾਂ ਮੈਂ ਕਿਹੜਾ ਰੋਕਣਾ ਸੀ। ਫਿਲਹਾਲ ਰਤੀ ਨੂੰ ਇਹ ਸੰਸਾ ਬਣਿਆ ਰਹਿਣਾ ਚਾਹੀਦਾ ਹੈ ਕਿ ਮੈਂ ਇਹਨਾਂ 2 ਦਿਨਾਂ ਦਾ ਹਿਸਾਬ ਉਸ ਤੋਂ ਕਦੇ ਵੀ ਮੰਗ ਸਕਦਾ।